काल्पनिक मध्यमान विधि। असी पहला दित्ती सारणी दा प्रयोग करके काल्पनिक मध्यमान विधि राही मध्यमान प्राप्त करना सीखांगे, जिसका सूत्र है मध्यमान बराबर है ए जमा सिग्मा FI DI बटा सिग्मा FI। सब तो पहला XI कालम विचों किसे XI नू काल्पनिक मध्यमान दे रूप विच मान लैने हां। इस नू छोटे a नाल दर्शांदे हां। इस विच असी 47.5 नू स्मॉल a छोटा a मान लैंदे हां। हुण असी दित्ती सारणी विच कालम D तैयार करांगे, जिस विच DI दा मुल XI घटाओ A होवेगा, जिमें कि 17.5 घटाओ 47.5 बराबर होवेगा -30 दे। 32.5 घटाओ 47.5 बराबर होवेगा -15 दे। इसे तरह असी कालम D प्राप्त करांगे। सूत्र अनुसार असी कालम FI अते कालम DI नाल गुणा करके नवा कालम FI DI प्राप्त करांगे, जिमें 2 गुना -30 किस दे बराबर है -60। 3 गुना -15 बराबर है -45। इसे तरह असी बाकी सारियां रकमां भी प्राप्त करांगे। सिग्मा FI DI कालम FI DI दियां सारियां संख्यावां दे जोड़ नू दर्शांदा है। इत्थे सिग्मा FI DI 435 दे बराबर होवेगा। इसे तरह सिग्मा FI 30 दे बराबर होवेगा। मध्यमान किस दे बराबर आ जाएगा? A जमा सिग्मा FI DI बटा सिग्मा FI। A दा मुल 47.5 जमा सिग्मा FI DI दा मुल 435 सिग्मा FI दा मुल 30। 47.5 जमा जदों असी नू भाग करांगे साडे कोल आ गया 14.5। दोवां नू जोड़न ते साडा मध्यमान 62 आवेगा। इस विधि नू असी काल्पनिक मध्यमान विधि आखदे हां। मध्यिका मीडियन। मध्यिका केंद्री प्रवृत्ति का एक अजिहा माप है जो किसी आंकड़ियां दा सब तो विचकारला मुल हुंदा है। हुण असी दित्ती हुई सारणी विच समूहिक आंकड़ियां दी मध्यिका प्राप्त करना सीखांगे। उदाहरण के तौर पर एक परीक्षा विच 100 अंकां विचों 53 विद्यार्थियों द्वारा प्राप्त अंकां दा समूहिक बारंबारता वंड उपर विचार करते हां। वर्गीकृत आंकड़ियां दी मध्यिका प्राप्त करन लई असी L जमा N/2 माइनस CF बटा F गुना H सूत्र का प्रयोग करते हां। इस विच CF संचमी बारंबारता है। N प्रेखना दी कुल संख्या है। इस विच N दा मुल 53 है। वह वर्ग जिसदी संचमी बारंबारता N/2 तो वध जां इसदे वध तो वध नेड़े है, उस वर्ग अंतराल नू मध्यिका वर्ग कहने हां। इस वंड विच N/2 दा मुल 53/2 बराबर है 26.5 अते 60 तो 70 एक अजिहा वर्ग है जिसदी संचमी बारंबारता 29 है, जो 26.5 तो अधिक है अते इसदे सब तो नेड़े है। इसलिए
60 ਤੋਂ 70 ਸਾਡਾ ਮੱਧਿਕਾ ਵਰਗ ਹੈ। ਦਿੱਤੀ ਸਾਰਣੀ ਤੋਂ ਪਤਾ ਚੱਲਦਾ ਹੈ ਕਿ 10 ਤੋਂ ਘੱਟ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਕੁੱਲ ਸੰਖਿਆ 5 ਹੈ। ਧਿਆਨ ਦਿਓ ਕਿ 20 ਤੋਂ ਘੱਟ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿੱਚ ਉਹ ਵਿਦਿਆਰਥੀ ਵੀ ਸ਼ਾਮਿਲ ਹਨ ਜਿਨ੍ਹਾਂ ਨੇ ਵਰਗ 0 ਤੋਂ 10 ਵਿੱਚ ਅੰਕ ਪ੍ਰਾਪਤ ਕੀਤੇ ਹਨ ਅਤੇ ਉਹ ਵਿਦਿਆਰਥੀ ਵੀ ਸ਼ਾਮਿਲ ਹਨ ਜਿਨ੍ਹਾਂ ਨੇ 10 ਤੋਂ 20 ਵਿੱਚ ਅੰਕ ਪ੍ਰਾਪਤ ਕੀਤੇ ਹਨ। ਇਸ ਲਈ 20 ਤੋਂ ਘੱਟ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਕੁੱਲ ਸੰਖਿਆ 5 ਜਮਾ 3 ਭਾਵ 8 ਹੈ। ਇਸ ਲਈ 8 ਵਰਗ 10 ਤੋਂ 20 ਦੀ ਸੰਚਵੀਂ ਬਾਰੰਬਾਰਤਾ ਹੈ। ਇਸੇ ਤਰ੍ਹਾਂ ਅਸੀਂ ਦੂਜੇ ਵਰਗਾਂ ਦੀ ਸੰਚਵੀਂ ਬਾਰੰਬਾਰਤਾ ਵੀ ਪ੍ਰਾਪਤ ਕਰਾਂਗੇ। ਇਹ ਵੰਡ ਘਟਦੀ ਕ੍ਰਮ ਦੀ ਸੰਚਵੀਂ ਬਾਰੰਬਾਰਤਾ ਵੰਡ ਕਹਾਉਂਦੀ ਹੈ। ਇਸ ਪ੍ਰਾਪਤ ਸੰਚਵੀਂ ਬਾਰੰਬਾਰਤਾ ਤੋਂ ਅਸੀਂ ਸਾਰਣੀ ਵਿੱਚ ਨਵਾਂ ਕਾਲਮ CF ਤਿਆਰ ਕਰਾਂਗੇ। ਮੱਧਿਕਾ L ਜਮਾ N ਬਟਾ 2 ਮਾਈਨਸ CF ਬਟਾ F ਗੁਣਾ H ਹੈ। ਇਸ ਵਿੱਚ L ਮੱਧਿਕਾ ਵਰਗ ਦੀ ਹੇਠਲੀ ਸੀਮਾ ਹੈ, ਜਿਸ ਦਾ ਮਤਲਬ L 60 ਦੇ ਬਰਾਬਰ ਹੋਵੇਗਾ। N ਪ੍ਰੇਖਣਾਂ ਦੀ ਸੰਖਿਆ ਹੈ ਜੋ ਕਿ 53 ਹੈ। CF ਮੱਧਿਕਾ ਵਰਗ ਤੋਂ ਠੀਕ ਪਹਿਲਾਂ ਵਾਲੇ ਵਰਗ ਦੀ ਸੰਚਵੀਂ ਬਾਰੰਬਾਰਤਾ ਹੈ ਜੋ ਕਿ 22 ਹੈ। F ਮੱਧਿਕਾ ਵਰਗ ਦੀ ਬਾਰੰਬਾਰਤਾ ਹੈ। ਇਸ ਵਿੱਚ F 7 ਦੇ ਬਰਾਬਰ ਹੈ। H ਵਰਗ ਮਾਪ ਹੈ ਜੋ ਕਿ 10 ਦੇ ਬਰਾਬਰ ਹੈ। ਇਹਨਾਂ ਦਾ ਮੁੱਲ ਸੂਤਰ ਵਿੱਚ ਭਰਨ ਤੇ ਮੱਧਿਕਾ ਬਰਾਬਰ ਹੈ 60 ਜਮਾ 53 ਬਟਾ 2 ਘਟਾਓ 22 ਬਟਾ 7 ਗੁਣਾ 10। 60 ਜਮਾ 26.5 ਘਟਾਓ 22 ਬਟਾ 7 ਗੁਣਾ 10। ਇਸ ਨੂੰ ਹੱਲ ਕਰਨ ਤੇ 60 ਜਮਾ 4.5 ਬਟਾ 7 ਗੁਣਾ 10 ਆਵੇਗਾ। ਜਦੋਂ ਅਸੀਂ ਇਸ ਨੂੰ ਹੱਲ ਕਰਦੇ ਹਾਂ ਸਾਡੇ ਕੋਲ 60 ਜਮਾ 6.4 ਆਵੇਗਾ। ਦੋਵਾਂ ਨੂੰ ਜੋੜ ਕੇ 66.4 ਆਵੇਗਾ ਜੋ ਸਾਡੀ ਮੱਧਿਕਾ ਹੈ। ਇਸ ਲਈ ਲਗਭਗ ਅੱਧੇ ਵਿਦਿਆਰਥੀਆਂ ਨੇ 66.4 ਤੋਂ ਘੱਟ ਅੰਕ ਪ੍ਰਾਪਤ ਕੀਤੇ ਹਨ ਅਤੇ ਬਾਕੀ ਅੱਧੇ ਵਿਦਿਆਰਥੀਆਂ ਨੇ 60.4 ਤੋਂ ਵੱਧ ਜਾਂ ਇਸ ਦੇ ਬਰਾਬਰ ਅੰਕ ਪ੍ਰਾਪਤ ਕੀਤੇ ਹਨ। ਬਹੁਲਕ ਜਮਾਤ 9ਵੀਂ ਵਿੱਚ ਅਸੀਂ ਅਵਰਗੀਕ੍ਰਿਤ ਆંકੜਿਆਂ ਦਾ ਬਹੁਲਕ ਬਾਰੇ ਪੜ੍ਹਿਆ ਹੈ। ਬਹੁਲਕ ਦਿੱਤੇ ਪ੍ਰੇਖਣਿਆਂ ਵਿੱਚੋਂ ਉਹ ਮੁੱਲ ਹੈ ਜੋ ਸਭ ਤੋਂ ਵੱਧ ਵਾਰ ਆਉਂਦਾ ਹੈ। ਉਦਾਹਰਨ 1 2 3 5 2 3 4 2 1। ਇਸ ਵਿੱਚ 2 ਸਭ ਤੋਂ ਵੱਧ ਵਾਰ ਆਇਆ ਹੈ, ਇਸ ਲਈ ਇਸ ਦਾ ਬਹੁਲਕ 2 ਹੋਵੇਗਾ। ਹੁਣ ਇੱਕ ਵਰਗੀਕ੍ਰਿਤ ਬਾਰੰਬਾਰਤਾ ਵੰਡ ਸਾਰਣੀ ਵਿੱਚ ਬਾਰੰਬਾਰਤਾ ਨੂੰ ਦੇਖ ਕੇ ਬਹੁਲਕ ਪਤਾ ਕਰਨਾ ਸੰਭਵ ਨਹੀਂ ਹੈ। ਇੱਥੇ ਅਸੀਂ ਉਹ ਵਰਗ ਪਤਾ ਕਰ ਸਕਦੇ ਹਾਂ ਜਿਸ ਦੀ ਬਾਰੰਬਾਰਤਾ ਅਧਿਕਤਮ ਹੈ। ਇਹ ਵਰਗ ਨੂੰ ਬਹੁਲਕ ਵਰਗ ਜਾਂ ਮਾਡਲ ਕਲਾਸ ਕਿਹਾ ਜਾਂਦਾ ਹੈ। ਜਿਵੇਂ ਅਸੀਂ ਦੇਖ ਸਕਦੇ ਹਾਂ ਇਸ ਵਿੱਚ ਵਰਗ 40 ਤੋਂ 55 ਦੀ ਬਾਰੰਬਾਰਤਾ ਸਭ ਤੋਂ ਵੱਧ 7 ਹੈ। ਇਸ ਲਈ 40 ਤੋਂ 55 ਇੱਕ ਬਹੁਲਕ ਵਰਗ ਹੈ। ਬਹੁਲਕ ਇੱਕ ਵਰਗ ਦੇ ਅੰਦਰ ਦਾ ਕੋਈ ਮੁੱਲ ਹੋਵੇਗਾ, ਜਿਸ ਦਾ ਮਤਲਬ ਬਹੁਲਕ
40 ਤੋਂ 55 ਦੇ ਵਿਚਕਾਰ ਕੋਈ ਨੰਬਰ ਹੋਵੇਗਾ, ਜਿਸ ਨੂੰ ਅਸੀਂ ਹੇਠ ਲਿਖੇ ਸੂਤਰ ਨਾਲ ਪ੍ਰਾਪਤ ਕਰ ਸਕਦੇ ਹਾਂ। ਬਹੁਲਕ ਬਰਾਬਰ ਹੈ L ਜਮਾ F1 ਮਾਈਨਸ F0 ਬਟਾ 2F1 ਮਾਈਨਸ F0 ਮਾਈਨਸ F2 ਬ੍ਰੈਕਟ ਬੰਦ ਗੁਣਾ H। L ਬਹੁਲਕ ਵਰਗ ਦੀ ਹੇਠਲੀ ਸੀਮਾ। ਇੱਥੇ L ਦਾ ਮੁੱਲ 40 ਹੈ। H ਵਰਗ ਅੰਤਰਾਲ ਦਾ ਮਾਪ। ਇਹ ਮੰਨਦੇ ਹੋਏ ਕਿ ਸਾਰੇ ਵਰਗ ਅੰਤਰਾਲਾਂ ਦਾ ਮਾਪ ਸਮਾਨ ਹੈ, ਇੱਥੇ H ਦਾ ਮੁੱਲ 15 ਹੋਵੇਗਾ। F1 ਬਹੁਲਕ ਵਰਗ ਦੀ ਬਾਰੰਬਾਰਤਾ। ਅਸੀਂ ਦੇਖ ਸਕਦੇ ਹਾਂ ਇੱਥੇ F1 ਦਾ ਮੁੱਲ 7 ਹੈ। F0 ਬਹੁਲਕ ਵਰਗ ਤੋਂ ਠੀਕ ਪਹਿਲੇ ਵਰਗ ਦੀ ਬਾਰੰਬਾਰਤਾ। ਇੱਥੇ ਅਸੀਂ ਦੇਖ ਸਕਦੇ ਹਾਂ F0 ਬਰਾਬਰ ਹੈ 3 ਦੇ। F2 ਬਹੁਲਕ ਵਰਗ ਤੋਂ ਠੀਕ ਬਾਅਦ ਵਾਲੇ ਆਉਣ ਵਾਲੇ ਵਰਗ ਦੀ ਬਾਰੰਬਾਰਤਾ। ਇੱਥੇ F2 ਦਾ ਮੁੱਲ 6 ਹੈ। ਹੁਣ L, F1, F0, F2 ਅਤੇ H ਦਾ ਮੁੱਲ ਸੂਤਰ ਵਿੱਚ ਭਰਨ ਤੇ ਬਹੁਲਕ ਬਰਾਬਰ ਹੈ 40 ਜਮਾ 7 ਘਟਾਓ 3 ਬਟਾ 2 ਗੁਣਾ 7 ਘਟਾਓ 3 ਘਟਾਓ 6 ਨੂੰ ਗੁਣਾ ਕਰਾਂਗੇ 15 ਨਾਲ। 40 ਜਮਾ 4 ਬਟਾ 14 ਘਟਾਓ 3 ਘਟਾਓ 6 ਗੁਣਾ 15। ਜਦੋਂ ਅਸੀਂ ਇਸ ਨੂੰ ਹੱਲ ਕਰਾਂਗੇ ਸਾਡੇ ਕੋਲ 40 ਜਮਾ 12 ਆਵੇਗਾ, ਜਿਸ ਦਾ ਮਤਲਬ ਬਹੁਲਕ 52 ਦੇ ਬਰਾਬਰ ਹੋਵੇਗਾ। ਇਸ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਅਧਿਕਤਮ ਵਿਦਿਆਰਥੀਆਂ ਦੇ ਅੰਕ 52 ਹਨ। ਤੋਰਨ। ਜਿਵੇਂ ਕਿ ਅਸੀਂ ਜਾਣਦੇ ਹਾਂ, ਚਿੱਤਰ ਅੱਖਾਂ ਨਾਲੋਂ ਜ਼ਿਆਦਾ ਵਧੀਆ ਭਾਸ਼ਾ ਬੋਲਦੇ ਹਨ। ਇੱਕ ਅਲੇਖੀ ਚਿੱਤਰਨ ਸਾਨੂੰ ਇੱਕ ਦ੍ਰਿਸ਼ਟੀ ਵਿੱਚ ਉਹਨਾਂ ਨਾਲ ਸੰਬੰਧਿਤ ਆંકੜਿਆਂ ਨੂੰ ਸਮਝਣ ਵਿੱਚ ਸਹਾਇਕ ਸਿੱਧ ਹੁੰਦਾ ਹੈ। ਜਮਾਤ 9ਵੀਂ ਵਿੱਚ ਅਸੀਂ ਦਿੱਤੇ ਹੋਏ ਆંકੜਿਆਂ ਨੂੰ ਛੜ ਚਿੱਤਰਾਂ, ਆਇਤ ਚਿੱਤਰਾਂ ਅਤੇ ਬਾਰੰਬਾਰਤਾ ਬਹੁਭੁਜ ਦੀ ਸਹਾਇਤਾ ਨਾਲ ਚਿੱਤਰਨ ਕੀਤਾ ਸੀ। ਹੁਣ ਇੱਕ ਸੰਚਮੀ ਬਾਰੰਬਾਰਤਾ ਵੰਡ ਨੂੰ ਅਲੇਖੀ ਰੂਪ ਵਿੱਚ ਚਿੱਤਰਨ ਕਰਨਾ ਸਿੱਖਾਂਗੇ। ਉਦਾਹਰਨ ਦੇ ਲਈ, ਦਿੱਤੀ ਹੋਈ ਸਮੂਹਿਕ ਬਾਰੰਬਾਰਤਾ ਵੰਡ ਉੱਪਰ ਵਿਚਾਰ ਕਰੀਏ। ਦਿੱਤੀ ਸਾਰਣੀ ਤੋਂ ਅਸੀਂ ਘਟਦੇ ਕ੍ਰਮ ਦੀ ਸੰਚਮੀ ਬਾਰੰਬਾਰਤਾ ਵੰਡ ਸਾਰਣੀ ਤਿਆਰ ਕਰਾਂਗੇ। ਤਿਆਰ ਸਾਰਣੀ ਦੇ ਪਹਿਲੇ ਕਾਲਮ ਵਿੱਚ ਵਰਗ ਅੰਤਰਾਲ ਦੀਆਂ ਉੱਪਰਲੀਆਂ ਸੀਮਾਵਾਂ ਹਨ ਅਤੇ ਦੂਜੇ ਕਾਲਮ ਵਿੱਚ ਉਹਨਾਂ ਵਰਗ ਅੰਤਰਾਲਾਂ ਦੀਆਂ ਸੰਚਮੀ ਬਾਰੰਬਾਰਤਾ ਦਰਸਾਈਆਂ ਗਈਆਂ ਹਨ। ਸਾਰਣੀ ਤੋਂ ਅਸੀਂ 10,5, 20,8, 30,12, 40,15, 50,18, 60,22, 70,29, 80,38, 90,45, 100,53 ਬਿੰਦੂ ਪ੍ਰਾਪਤ ਕੀਤੇ ਹਨ। ਇਹਨਾਂ ਬਿੰਦੂਆਂ ਵਿੱਚ ਪਹਿਲੀ ਸੰਖਿਆ ਵਰਗ ਅੰਤਰਾਲ ਦੀ ਉੱਪਰਲੀ ਸੀਮਾ ਅਤੇ ਦੂਜੀਆਂ ਸੰਖਿਆਵਾਂ ਵਰਗ ਅੰਤਰਾਲ ਦੀ ਸੰਚਮੀ ਬਾਰੰਬਾਰਤਾ ਦਰਸਾਉਂਦੀ ਹੈ। ਹੁਣ ਅਸੀਂ ਇੱਕ ਗ੍ਰਾਫ ਪੇਪਰ ਉੱਪਰ X ਧੁਰਾ ਅਤੇ Y ਧੁਰਾ ਬਣਾਵਾਂਗੇ, ਜਿਸ ਵਿੱਚ X ਧੁਰੇ ਉੱਤੇ ਵਰਗ ਅੰਤਰਾਲ ਦੀਆਂ ਉੱਪਰਲੀਆਂ ਸੀਮਾਵਾਂ ਅਤੇ Y ਧੁਰੇ ਉੱਤੇ ਸੰਚਮੀ ਬਾਰੰਬਾਰਤਾ ਅੰਕਿਤ ਕਰਾਂਗੇ। ਇਸ ਵਿੱਚ ਧਿਆਨ ਦੇਣ ਯੋਗ ਗੱਲ ਹੈ ਕਿ ਦੋਨਾਂ ਧੁਰਿਆਂ ਉੱਪਰ ਇੱਕ ਹੀ
ਪੈਮਾਨਾ ਲੈਣਾ ਜ਼ਰੂਰੀ ਨਹੀਂ ਹੈ। ਹੁਣ ਅਸੀਂ ਬਿੰਦੂਆਂ ਨੂੰ ਗ੍ਰਾਫ ਉੱਤੇ ਅੰਕਿਤ ਕਰਾਂਗੇ। ਪਹਿਲਾ ਬਿੰਦੂ 10,5, ਦੂਸਰਾ ਬਿੰਦੂ 20,8, ਤੀਸਰਾ ਬਿੰਦੂ 30,12, ਅਗਲਾ ਬਿੰਦੂ 40,15, ਉਸ ਤੋਂ ਅੱਗੇ 50,18। ਇਸੇ ਤਰ੍ਹਾਂ ਅਸੀਂ ਸਾਰੇ ਬਿੰਦੂ ਗ੍ਰਾਫ ਉੱਤੇ ਅਲੇਖਿਤ ਕਰਾਂਗੇ। ਇਹਨਾਂ ਬਿੰਦੂਆਂ ਨੂੰ ਮੁਕਤ ਹੱਥ ਵਕਰ ਦੁਆਰਾ ਮਿਲਾਈਏ। ਇਹ ਪ੍ਰਾਪਤ ਹੋਈ ਵਕਰ ਨੂੰ ਅਸੀਂ ਘੱਟ ਪ੍ਰਕਾਰ ਦੀ ਸੰਚਮੀ ਬਾਰੰਬਾਰਤਾ ਵਕਰ ਜਾਂ ਤੋਰਨ ਆਖਦੇ ਹਾਂ। ਕੀ ਤੁਸੀਂ ਜਾਣਦੇ ਹੋ ਕਿ ਤੋਰਨ ਤੋਂ ਅਸੀਂ ਮੱਧਿਕਾ ਵੀ ਪ੍ਰਾਪਤ ਕਰ ਸਕਦੇ ਹਾਂ? ਮੱਧਿਕਾ ਪ੍ਰਾਪਤ ਕਰਨ ਲਈ ਅਸੀਂ ਕੁੱਲ ਪ੍ਰੇਖਣਾਂ ਦਾ ਅੱਧ ਭਾਵ n/2 ਬਰਾਬਰ 53/2 ਬਰਾਬਰ 26.5 ਪ੍ਰਾਪਤ ਕਰਕੇ ਉਸ ਨੂੰ ਬਾਏ ਧੁਰੇ ਉੱਤੇ ਅੰਕਿਤ ਕਰਾਂਗੇ। ਹੁਣ ਉਸ ਬਿੰਦੂ ਤੋਂ x ਧੁਰੇ ਦੇ ਸਮਾਂਤਰ ਇੱਕ ਰੇਖਾ ਖਿੱਚਾਂਗੇ ਜੋ ਵਕਰ ਨੂੰ ਇੱਕ ਬਿੰਦੂ ਉੱਤੇ ਕੱਟਦੀ ਹੈ। ਇਸ ਬਿੰਦੂ ਤੋਂ x ਧੁਰੇ ਤੇ ਇੱਕ ਲੰਬ ਖਿੱਚੋ। ਇਹ ਬਿੰਦੂ x ਧੁਰੇ ਉੱਤੇ ਮੱਧਿਕਾ ਨੂੰ ਦਰਸਾਉਂਦਾ ਹੈ। ਅਸੀਂ ਕਹਿ ਸਕਦੇ ਹਾਂ 66.4 ਸਾਡੀ ਮੱਧਿਕਾ ਹੋਵੇਗੀ।